ਹਾਲੇਲੂਇਆ। ਅਸੀਂ ਗੱਲ ਕਰ ਰਹੇ ਸੀ ਕਿ ਅਸੀਂ ਘਰ ਬਹੁਤ ਜ਼ਿਆਦਾ ਖੂਬਸੂਰਤ ਬਣਾ ਲਈਏ, ਟਾਈਲਾਂ ਲਵਾ ਲਈਏ, ਸਾਰਾ ਕੁਝ ਵਧੀਆ ਕਰ ਲਈਏ, ਤੇ ਜੇ ਚਾਰ ਦੀਵਾਰੀ ਨਾ ਕਰੀਏ ਤੇ ਫਿਰ ਕੋਈ ਵੀ ਆ ਜਾ ਸਕਦਾ। ਮੰਨ ਲਓ ਚਾਰ ਦੀਵਾਰੀ ਕਰ ਵੀ ਦਿੱਤੀ ਹੈ ਤਾਂ ਥੋੜਾ ਜਿਹਾ ਰਸਤਾ ਰਹਿੰਦੀ ਹੈ ਤੇ ਫਿਰ ਵੀ ਕੋਈ ਨਾ ਕੋਈ ਆ ਸਕਦਾ ਨਾ ਕੋਈ ਨਾ ਕੋਈ। ਤੇ ਇਸੇ ਤਰੀਕੇ ਨਾਲ ਮੈਂ ਸਟੱਡੀ ਕਰ ਰਿਹਾ ਹਾਂ ਬਚਨਾਂ ਦੀ, ਲਿਖਿਆ ਖੁਦਾ ਦੇ ਦਾਸ ਨੇ, ਕਿਸੇ ਨੇ ਕਿਹਾ ਇਸੇ ਤਰੀਕੇ ਨਾਲ ਜਦੋਂ ਪਾਪ ਸਾਡੇ ਜੀਵਨ ਵਿੱਚ ਆ ਜਾਂਦਾ, ਜਦ ਗੁਨਾਹ ਸਾਡੇ ਜੀਵਨ ਵਿੱਚ ਆਉਂਦਾ, ਜਦ ਗੁੱਸਾ ਜਾਂ ਕ੍ਰੋਧ ਸਾਡੇ ਜੀਵਨ ਵਿੱਚ ਆ ਜਾਂਦਾ, ਤੇ ਕੋਈ ਵੀ ਦੁਸ਼ਟ ਆਤਮਾ ਸਾਡੇ ਜੀਵਨ ਵਿੱਚ ਆ ਜਾ ਸਕਦਾ। ਇੱਕ ਰਸਤਾ ਉਹਨਾਂ ਵਾਸਤੇ ਖੁੱਲ ਜਾਂਦਾ। ਉਹ ਕੀ ਆ, ਸਾਡੇ ਜੀਵਨ ਵਿੱਚ ਜਦੋਂ ਮਰਜ਼ੀ ਆ ਵੀ ਸਕਦੇ ਤੇ ਜਾ ਵੀ ਸਕਦੇ, ਇੱਕ ਰਾਹ ਖੁੱਲ ਜਾਂਦਾ। ਜਦੋਂ ਪਾਪ ਸਾਡੇ ਜੀਵਨ ਵਿੱਚ ਹੁੰਦਾ ਹੈ, ਇੱਕ ਕੀ ਆ, ਚਾਰ ਦੀਵਾਰੀ ਦੀ ਤਦਾਇਆ ਕਿ ਜਿੱਦਾਂ ਦੀਵਾਰਾਂ ਢੱਕੀਆਂ ਹੋਈਆਂ ਜਿਹਦੇ ਅਸੀਂ ਵੇਖਦੇ ਆ ਕਿ ਪੁਰਾਣੇ ਸਮੇਂ ਵਿੱਚ ਕੀ ਆ, ਸ਼ਹਿਰਾਂ ਨੂੰ ਕੀ ਆ, ਚਾਰ ਦੀਵਾਰੀ ਕੀਤੀ ਜਾਂਦੀ। ਜਿੱਦਾਂ ਸਾਡੇ ਅੰਮ੍ਰਿਤਸਰ ਵਿੱਚ ਵੀ ਕੀ ਆ, ਗੇਟ ਲੱਗੇ ਆ, ਆਹ ਗੇਟ ਦੇ ਬਾਅਦ ਅਸੀਂ ਵੇਖਦੇ ਆ ਗੇਟ ਆ ਤੇ ਪਹਿਲੇ ਅੰਦਰ ਕੀ ਆ, ਲੋਕ ਰਹਿੰਦੇ ਸਨ ਤੇ ਦੀਵਾਰਾਂ ਕੀਤੀਆਂ ਜਾਂਦੀਆਂ ਸਨ ਕਿ ਕੋਈ ਹਮਲਾ ਨਾ ਕਰ ਆਏ, ਕੋਈ ਦੂਜਾ ਰਾਜਾ ਸਾਡੇ ਸ਼ਹਿਰ ਤੇ ਕੀ ਆ, ਚੜਾਈ ਨਾ ਕਰ ਸਕੇ, ਸਾਨੂੰ ਲੁੱਟ ਕੇ ਲੈ ਨਾ ਜਾਵੇ। ਉਸ ਵਾਸਤੇ ਕੀ ਆ, ਚਾਰ ਦੀਵਾਰੀ ਬਣਾਈ ਜਾਂਦੀ ਸੀ ਤੇ ਉਹਨੂੰ ਕਿਹਾ ਜਾਂਦਾ ਸੀ ਸ਼ਹਿਰ ਪਨਾਹ, ਕਿ ਸ਼ਹਿਰ ਦੀ ਪਨਾਹ ਹੁੰਦੀ ਆ, ਰਕਸ਼ਾ ਹੁੰਦੀ ਆ ਜੇਕਰ ਦੀਵਾਰਾਂ ਹੋਈਆਂ। ਤੇ ਜੇਕਰ ਸ਼ਹਿਰ ਪਨਾਹ ਟੁੱਟੀ ਹੋਈ ਆ, ਉਹਦੀਆਂ ਕੀ ਆ, ਕੰਧਾਂ ਢੱਠੀਆਂ ਹੋਈਆਂ ਤੇ ਕੋਈ ਵੀ ਆ ਜਾ ਸਕਦਾ, ਕੋਈ ਵੀ ਕੀ ਆ, ਵੈਰੀ ਕੀ ਆ, ਉਸ ਸ਼ਹਿਰ ਵਿੱਚ, ਉਸ ਦੇਸ਼ ਵਿੱਚ ਆ ਸਕਦਾ ਤੇ ਹਮਲਾ ਕਰ ਸਕਦਾ ਤੇ ਲੁੱਟ ਕੇ ਲੈ ਜਾ ਸਕਦਾ। ਇਸੇ ਤਰੀਕੇ ਨਾਲ ਸਾਡੇ ਜੀਵਨ ਵਿੱਚ ਵੀ ਕੀ ਆ, ਸਾਡੇ ਜੀਵਨ ਵਿੱਚ ਜੇਕਰ ਗੁਨਾਹ ਆ ਜਾਂਦਾ ਆ, ਪਾਪ ਆ ਜਾਂਦਾ, ਗੁੱਸਾ ਆ ਜਾਂਦਾ, ਜਾਂ ਕੋਈ ਵੀ ਇਹੋ ਜਿਹੀ ਗੱਲ ਆ ਜਾਂਦੀ ਹੈ, ਤੇ ਫਿਰ ਕੀ ਆ, ਸ਼ੈਤਾਨ ਕੀ ਆ ਜਾ ਸਕਦਾ। ਇਸ ਲਈ ਕੀ ਆ, ਸਾਨੂੰ ਚਾਹੀਦਾ ਕਿ ਅਸੀਂ ਕੀ ਆ, ਜਿਵੇਂ ਕਿ ਦੀਵਾਰਾਂ ਪੱਕੀਆਂ ਕਰਕੇ ਰੱਖਦੇ ਆ ਕਿ ਕੋਈ ਆ ਨਾ ਸਕੇ, ਉਸੇ ਤਰੀਕੇ ਨਾਲ ਸਾਨੂੰ ਆਤਮਿਕ ਕੀ ਆ, ਇਹਨਾਂ ਦੀਵਾਰਾਂ ਨੂੰ ਕੀ ਬਣਾਉਣ ਦੀ ਲੋੜ ਆ ਕਿ ਅੰਧਕਾਰ ਦੀਆਂ ਤਾਕਤਾਂ ਸਾਡੇ ਜੀਵਨ ਵਿੱਚ ਆ ਜਾ। ਹਾਲੇਲੂਇਆ। ਇਸ ਲਈ ਇਸ ਚੀਜ਼ ਨੂੰ ਮਜ਼ਬੂਤ ਕਰਨ ਲਈ, ਜਿੱਦਾਂ ਅਸੀਂ ਘਰ ਨੂੰ ਕੀ ਆ, ਮਜ਼ਬੂਤ ਕਰਦੇ ਆ, ਉਹਨੂੰ ਪਲਸਤਰ ਕਰਦੇ ਆ, ਕਈ ਲੋਕਾਂ ਨੇ ਪੱਥਰਾਂ ਦੇ ਨਾਲ ਕੀ ਆ, ਸ਼ੈਲਫ ਨਾਲ ਬਣਾਈ ਹੁੰਦੀ ਆ। ਇਸੇ ਤਰੀਕੇ ਨਾਲ ਅਸੀਂ ਕੀ ਆ, ਆਪਣੇ ਜੀਵਨ ਨੂੰ ਮਜ਼ਬੂਤ ਕਰਨ ਵਾਸਤੇ ਕੀ ਆ, ਪਾਪ ਜੀਵਨ ਵਿੱਚ ਨਹੀਂ ਆ। ਜੇਕਰ ਪਾਪ ਸਾਡੇ ਜੀਵਨ ਵਿੱਚ ਆ ਜਾਂਦਾ, ਗੁਨਾਹ ਅਸੀਂ ਕਰ ਲੈਂਦੇ ਆ, ਫਿਰ ਕੀ ਆ, ਸ਼ੈਤਾਨ ਨੂੰ ਕੀ ਆ, ਉਹ ਆ ਜਾ ਸਕਦਾ। ਉਹ ਕੀ ਆ, ਸਾਡੇ ਜੀਵਨ ਵਿੱਚ ਜਦੋਂ ਮਰਜ਼ੀ ਗੜਬੜ ਪੈਦਾ ਕਰ ਸਕਦਾ, ਜਦੋਂ ਮਰਜ਼ੀ ਸਾਡੇ ਦਿਮਾਗ ਤੇ ਕੀ ਆ, ਕੋਈ ਬੁਰੀਆਂ ਗੱਲਾਂ ਨੂੰ ਛੱਡ ਕੇ ਚਲਾ ਜਾ ਸਕਦਾ, ਸਾਡੇ ਹਿਰਦੇ ਵਿੱਚ ਕੀ ਆ, ਬੁਰਾਈ ਨੂੰ ਛੱਡ ਕੇ ਉਹ ਕੀ ਆ, ਜਾ ਸਕਦਾ, ਤੇ ਫਿਰ ਕੀ ਆ, ਸਾਡਾ ਜੀਵਨ ਡਿਸਟਰਬ ਹੋ ਜਾਵੇ। ਇਸ ਲਈ ਕੀ ਸਾਨੂੰ ਚਾਹੀਦਾ ਕਿ ਪਾਪ ਤੋਂ ਕੀ ਆ, ਦੂਰ ਰਹਿਣ ਦੀ ਲੋੜ ਹੈ। ਗੁਨਾਹ ਨੂੰ ਆਪਣੇ ਜੀਵਨ ਵਿੱਚ ਆਉਣ ਦੀ ਅਨੁਮਤੀ ਨਹੀਂ ਦੇਣੀ ਅਸੀਂ, ਕਿਉਂਕਿ ਅਸੀਂ ਪ੍ਰਭੂ ਦੇ ਲੋਕ ਹਾਂ। ਹਾਲੇਲੂਇਆ। ਤੇ ਅੱਜ ਕੀ ਅਸੀਂ ਕੀ ਇੱਕ ਖਾਸ ਕਾਰਜ ਨੂੰ ਕਰਨ ਜਾ ਰਹੇ ਹਾਂ, ਪ੍ਰਭੂ ਦੇ ਬਦਨ ਨੂੰ ਤੇ ਦਾਖਲਸ ਨੂੰ ਅਸੀਂ ਲੈਣ ਲਈ ਜਾ ਰਹੇ ਹਾਂ। ਇਹ ਕੀ ਆ, ਪ੍ਰਭੂ ਦਾ ਇੱਕ ਕੀ ਆ, ਵੱਡਾ ਕਾਰਜ ਹੈ ਜਿਸ ਨੂੰ ਅਸੀਂ ਕਰਦੇ ਹਾਂ। ਹਾਲੇਲੂਇਆ। ਤੇ ਇਸ ਵਾਸਤੇ ਕੀ ਆ, ਅੱਜ ਸਾਨੂੰ ਕੀ ਆ, ਤਿਆਰ ਹੋਣ ਦੀ ਲੋੜ ਹੈ ਕਿ ਕੋਈ ਵੀ ਗੁਨਾਹ ਜੇਕਰ ਸਾਡੇ ਕੋਲ ਪਿਛਲੇ ਸਮੇਂ ਵਿੱਚ ਹੋ ਗਿਆ, ਕੋਈ ਪਾਪ ਹੋ ਗਿਆ, ਮਾੜਾ ਸ਼ਬਦ ਬੋਲਿਆ ਗਿਆ, ਤੇ ਉਸ ਵਾਸਤੇ ਕੀ ਆ, ਸਾਨੂੰ ਅੱਜ ਕੀ ਇਕਰਾਰ ਕਰਨ ਦੀ ਲੋੜ ਹੈ। ਪ੍ਰਭੂ ਅੱਗੇ ਕੀ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਕੀ ਆ, ਲੋੜ ਹੈ। ਫਿਰ ਜਦ ਕਿ ਅਸੀਂ ਪ੍ਰਭੂ ਦੇ ਕੀ ਆ, ਇਸ ਬਦਨ ਨੂੰ ਤੇ ਦਾਖਲਸ ਨੂੰ ਲੈਂਦੇ ਆ, ਤੇ ਅਸੀਂ ਕੀ ਆ, ਅਯੋਗਤਾ ਦੇ ਨਾਲ ਨਾ ਲਈਏ। ਜਦੋਂ ਵਚਨਾਂ ਵਿੱਚ ਕਲਮਕੀਆਂ ਵਿੱਚ ਪੜ੍ਹਦੇ ਆ ਕਿ ਜਦ ਤੁਸੀਂ ਕੀ ਆ, ਪ੍ਰਭੂ ਦੇ ਇਸ ਪਵਿੱਤਰ ਦਾਖਲਸ ਨੂੰ ਤੇ ਬਦਨ ਨੂੰ ਲੈਂਦੇ ਤੇ ਅਯੋਗਤਾ ਦੇ ਨਾਲ ਨਾ, ਕਿਉਂਕਿ ਜਦ ਅਸੀਂ ਕੋਈ ਯੋਗਤਾ ਦੇ ਨਾਲ ਲੈਂਦੇ ਤੇ ਬਿਮਾਰੀਆਂ ਸਾਡੇ ਜੀਵਨ ਵਿੱਚ ਆ ਜਾਂਦੀਆਂ, ਮੁਸ਼ਕਲਾਂ ਸਾਡੇ ਜੀਵਨ ਵਿੱਚ ਆ ਜਾਂਦੀਆਂ। ਇਸ ਲਈ ਕੀ ਆ, ਪ੍ਰਭੂ ਦੀ ਬਾਣੀ ਦਾ ਪਵਿੱਤਰ ਸ਼ਾਸਤਰ ਸਾਨੂੰ ਦੱਸਦਾ ਕਿ ਜਦ ਕਦੇ ਤੁਸੀਂ ਇਸ ਪਵਿੱਤਰ ਬਦਨ ਨੂੰ ਤੇ ਦਾਖਲਸ ਨੂੰ ਲੈਂਦੇ ਹੋ ਤੇ ਅਯੋਗਤਾ ਦੇ ਨਾਲ ਨਹੀਂ ਲੈਣਾ, ਆਪਣੇ ਆਪ ਨੂੰ ਪਵਿੱਤਰ ਕਰਨਾ, ਆਪਣੇ ਆਪ ਨੂੰ ਫਿਰ ਪ੍ਰਭੂ ਦੇ ਚਰਨਾਂ ਵਿੱਚ ਆ ਕੇ ਸਮਰਪਿਤ ਕਰਦਾ ਆ ਤੇ ਆਪਣੇ ਗੁਨਾਹ ਦਾ ਇਕਰਾਰ ਕਰਦਾ।
बैठे आ तारा चंद जी वो मैंने कह रहे कि मैंने राती है इकरार करा, ठीक है, तो ਅਸੀਂ ਹੋਰ ਵੀ ਜੇ ਕੋਈ ਜਵੇਂ ਇਕਰਾਰ ਕਰਨਾ ਚਾਹੁੰਦਾ ਤੇ ਅਸੀਂ ਮਿਲ ਕੇ ਕੀ ਸਾਰੇ ਦੇ ਕੀ ਇਕਰਾਰ ਕਰਾਵਾਂਗੇ, ਫਿਰ ਅਸੀਂ ਪ੍ਰਭੂ ਦੇ ਸਿਧਾਂਤ ਦਾ ਸੰਬੰਧ ਤੇ ਪ੍ਰਭੂ ਦੇ ਬਦਨ ਵੱਲ ਕੀ ਆ ਪਤਾ। ਆਓ ਅਸੀਂ ਇੱਕ ਵਚਨ ਪੜਾਂਗੇ, ਉਸ ਤੋਂ ਬਾਅਦ ਅਸੀਂ ਕੀ ਆ ਸਿੱਧਾ ਕੀ ਅਸੀਂ ਇਸੇ ਵਾਲੇ ਚੱਲਾਂਗੇ। ਆਓ ਉਸ ਵਚਨਾਂ ਵਿੱਚ ਪੜਾਂਗੇ ਯਹੂਦਾ ਦੀ ਇੰਜੀਲ ਉਹਦਾ 6 ਅਧਿਆਇ ਉਹਦਾ 57 53। ਅਤੇ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ, ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਤੁਸੀਂ ਜੀਵਨ ਨੂੰ ਨਹੀਂ ਪ੍ਰਾਪਤ ਕਰ ਸਕਦੇ, ਸਦਾ ਸਦਾ ਦਾ ਜੀਵਨ ਤੁਸੀਂ ਨਹੀਂ ਹਾਸਲ ਕਰ ਸਕਦੇ ਜਦ ਕਿ ਅਸੀਂ ਪ੍ਰਭੂ ਦੇ ਇਸ ਦਾਸ ਨੂੰ ਤੇ ਬਦਨ ਨੂੰ ਨਹੀਂ ਲੈਂਦੇ। ਜੋ ਲੋਕ ਲੈਂਦੇ ਆ ਉਹਨਾਂ ਨੇ ਕਿਹਾ ਯੋਗ ਹੋ ਕੇ ਲੈਣਾ, ਤੇ ਜੋ ਲੋਕ ਨਹੀਂ ਲੈਂਦੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਤਿਆਰੀ ਕਰਨ ਕਿ ਉਹਦੇ ਪ੍ਰਭੂ ਦੇ ਇਸ ਦਾਸ ਨੂੰ ਤੇ ਬਦਨ ਨੂੰ ਲੈਂਦੇ ਤੇ ਤਾਂ ਅਸੀਂ ਪਰਮੇਸ਼ਰ ਦੇ ਕਿਹਾ ਜੀਵਨ ਨੂੰ ਹਾਸਲ ਕਰ ਸਕਦੇ। ਹੋਰ ਕੋਈ ਰਸਤਾ ਨਹੀਂ ਹੈ। ਜਦ ਅਸੀਂ ਕਿਹਾ ਇਸ ਕਾਰਜ ਨੂੰ ਕਰਦੇ ਤੇ ਤਾਂ ਅਸੀਂ ਕਿ ਜੀਵਨ ਨੂੰ ਆਪਣੇ ਜੀਵਨ ਵਿੱਚ ਕਿਹਾ ਗ੍ਰਹਿਣ ਕਰਦੇ ਤਾਂ ਅਸੀਂ ਪ੍ਰਭੂ ਦੇ ਕਿਹਾ ਸਰਗਰ ਦੇ ਕਿਹਾ ਭਾਗੀ ਹਾਂ। ਇਹ ਰੋਟੀ ਆ, ਹਾਂਜੀ, ਇਹ ਕੀ ਆ ਰੋਟੀ ਹੈ ਤੇ ਇਹ ਕੀ ਆ ਇੱਕ ਜੂਸ ਹੈ। ਇਹ ਕੀ ਆ ਆਮ ਅਸੀਂ ਜਦੋਂ ਬਾਜ਼ਾਰ ਤੋਂ ਲੈ ਕੇ ਤੇ ਖਾ ਲੈਂਦੇ ਆ, ਰੋਟੀ ਵੀ ਅਸੀਂ ਖਾਂਦੇ ਜਦੋਂ 4-5 ਪਰੌਂਠੇ ਕੀ ਆ ਖਾ ਲੈਂਦੇ ਅਸੀਂ ਰਾਤ ਤੇ ਇਹ ਉਹ ਰੋਟੀ ਨਹੀਂ ਆ, ਸਧਾਰਨ ਰੋਟੀ ਨਹੀਂ ਆ। ਇਹ ਕੀ ਆ ਆਤਮਿਕ ਇੱਕ ਸਾਈਨ ਆ ਪ੍ਰਭੂ ਦਾ ਕੀ ਆ ਆਗਿਆ। ਰੱਖੇ ਵਿੱਚ ਪੜਦੇ ਇਹ ਕੀ ਆ ਪ੍ਰਭੂ ਵੱਲੋਂ ਇੱਕ ਤਾਂ ਮੈਂ ਪ੍ਰਭੂ ਤੋਂ ਪਾਈ ਜੀ, ਮੈਂ ਤੁਹਾਨੂੰ ਸੌਂਪ ਦਿੱਤੀ ਆ ਕਿ ਜਿਸ ਰਾਤ ਪ੍ਰਭੂ ਯਿਸੂ ਮਸੀਹ ਕੀ ਫੜਾਏ ਗਏ, ਉਹਨਾਂ ਨੇ ਕਿਹਾ ਪ੍ਰਭੂ ਆਪਣੇ ਚੇਲਿਆਂ ਨੂੰ ਕਿਹਾ ਕਿ ਮੇਰੀ ਯਾਦਗਾਰੀ ਲਈ ਕਿਹਾ ਤੁਸੀਂ ਇਸ ਕੰਮ ਨੂੰ ਕੀ ਕਰਦੇ, ਮੇਰੇ ਬਦਨ ਨੂੰ ਤੇ ਮੇਰੀ ਦਾਸ ਨੂੰ ਕਿਹਾ ਇਸ ਨੂੰ ਲੈਣਾ ਕਿਉਂ ਜੋ ਤੁਸੀਂ ਕਿਹਾ ਜੀਵਨ ਨੂੰ ਹਾਸਲ ਕੀਤਾ, ਸਦਾ ਦਾ ਕਿਹਾ ਜੀਵਨ ਲੈ ਸਕਦਾ। ਇਹ ਕੋਈ ਸਧਾਰਨ ਰੋਟੀ ਨਹੀਂ ਹੈ ਜਿਹੜੀ ਅਸੀਂ ਘਰਾਂ 'ਚ ਕੀਆ ਖਾਂਦੇ। ਇਹ ਕੀਆ ਪ੍ਰਭੂ ਦੇ ਹੁਕਮ ਦੇ ਮੁਤਾਬਕ ਅਸੀਂ ਕੀਆ ਇਸ ਨੂੰ ਲੈਂਦੇ ਤੇ ਪ੍ਰਭੂ ਦੇ ਕੀਆ ਰਾਜ ਵਿੱਚ ਅਸੀਂ ਕੀਆ ਸ਼ਾਮਲ ਹੁੰਦੇ। ਹਾਲੇਲੂਇਆ। ਅੱਗੇ ਪੜਾਂਗੇ ਨੂੰ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ। ਹਾਂ, ਜੋ ਕੋਈ ਇਹ ਮਾਸ ਖਾਂਦਾ ਤੇ ਲਹੂ ਪੀਂਦਾ ਸਦੀਪਕ ਜੀਵਨ ਉਸੇ ਦਾ ਹੈ। ਅੱਗੇ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿੰਦਾ ਉਠਾਵਾਂਗਾ। ਅੰਤ ਦੇ ਦਿਨ ਵਿੱਚ ਕੀ ਮੈਂ ਉਹਨੂੰ ਕਿਹਾ ਜਿਉਂਦਾ ਉਠਾਵਾਂ, ਜਿਹੜਾ ਕੀ ਹੈ ਰੈਪਚਰ ਉਦੋਂ ਹੀ ਹੋਏਗਾ ਜਿਹੜਾ ਪ੍ਰਭੂ ਦੀ ਇਸ ਆਗਿਆਵਾਂ ਨੂੰ ਮੰਨਦਾ, ਪ੍ਰਭੂ ਦੇ ਹੁਕਮ ਨੂੰ ਮੰਨਦਾ ਆ, ਉਹਦਾ ਹੀ ਰੈਪਚਰ ਉਹੀ ਕੀਆ ਪ੍ਰਭੂ ਦੇ ਕੀਆ ਸਰਾਜ ਵਿੱਚ ਕੀਆ ਜਾ ਸਕਦਾ ਤੇ ਜਾਂ ਨਹੀਂ ਜਾ ਸਕਦਾ। ਇਸ ਲਈ ਕੀਆ ਇਸ ਸੰਸਾਰ ਤੇ ਕੀਆ ਰਹਿੰਦੇ ਹੋਏ ਸਾਨੂੰ ਕੀ ਇਹਨਾਂ ਚੀਜ਼ਾਂ ਦੇ ਵਿੱਚੋਂ ਦੀ ਕੀਆ ਚੱਲਣਾ ਪੈਣਾ। ਇਹਦਾ ਅਸੀਂ 53 ਪੜ੍ਹ ਲਓ 56 ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਹਾਂਜੀ, ਲਿਖਿਓ ਜੋ ਮੇਰਾ ਮਾਸ ਖਾਂਦਾ ਤੇ ਲਹੂ ਪੀਂਦਾ ਉਹ ਮੇਰੇ ਵਿੱਚ ਰਹਿੰਦਾ ਤੇ ਮੈਂ ਉਹਦੇ ਵਿੱਚ ਰਹਿੰਦਾ। ਪਾਪ ਤੋਂ ਕੀਆ ਕਿੱਦਾਂ ਬਚਿਆ ਜਾ ਸਕਦਾ? ਅਸੀਂ ਪ੍ਰਭੂ ਦੇ ਇਸ ਦਾਸ ਨੂੰ ਤੇ ਲਹੂ ਨੂੰ ਲੈਂਦੇ ਆ ਤੇ ਅਸੀਂ ਪ੍ਰਭੂ ਆਪਣੇ ਜੀਵਨ ਵਿੱਚ ਲੈ ਲੈਂਦੇ, ਹਨਾ? ਪ੍ਰਭੂ ਸਾਡੇ ਜੀਵਨ ਵਿੱਚ ਆ ਜਾਂਦੇ ਤਾਂ ਕਈ ਕੁਝ ਲੋਕੀ ਕਹਿੰਦੇ ਕਿ ਅਸੀਂ ਹੋਰ ਪ੍ਰਭੂ ਦੇ ਵਿੱਚ ਵਧਣਾ ਚਾਹੁੰਦੇ, ਤੇ ਇਹ ਹੀ ਇੱਕ ਤਰੀਕਾ ਹੈਗਾ ਪ੍ਰਭੂ ਦੇ ਵਿੱਚ ਅੱਗੇ ਵਧਣ ਕਿ ਪ੍ਰਭੂ ਦੇ ਦਾਸ ਨੂੰ ਤੇ ਬਦਨ ਨੂੰ ਲੈਣਾ। ਕਿਉਂਕਿ ਪ੍ਰਭੂ ਕਹਿੰਦੇ ਆ ਕਿ ਜਦੋਂ ਤੁਸੀਂ ਇਸ ਕਾਰਜ ਨੂੰ ਕਰਦੇ ਹੋ ਮੈਂ ਤੁਹਾਡੇ ਵਿੱਚ ਤੇ ਤੁਸੀਂ ਮੇਰੇ ਵਿੱਚ ਆ ਜਾਂਦੇ।
ਅਸੀਂ ਪ੍ਰਭੂ ਨੂੰ ਕੀ ਆਪਣੇ ਜੀਵਨ ਵਿੱਚ ਲੈ ਲੈਂਦੇ, ਆਪਣੇ ਬਦਨ ਵਿੱਚ ਲੈ ਲੈਂਦੇ, ਆਪਣੇ ਸਰੀਰ ਵਿੱਚ ਲੈ ਲੈਂਦੇ। ਜਦ ਪ੍ਰਭੂ ਸਾਡੇ ਜੀਵਨ ਵਿੱਚ ਆ ਤੇ ਕੀ ਪਾਪ ਸਾਡੇ ਜੀਵਨ ਵਿੱਚ ਨਹੀਂ ਆਵੇ, ਸ਼ੈਤਾਨ ਸਾਡੇ ਜੀਵਨ ਵਿੱਚ ਨਹੀਂ ਹੈ, ਬੁਰਾਈ ਸਾਡੇ ਜੀਵਨ ਵਿੱਚ ਨਹੀਂ ਹੈ। ਜਦ ਕੀ ਆ ਪ੍ਰਭੂ ਤੇ ਕੀ ਆ ਇਹ ਬਚਨ ਸਾਡੇ ਜੀਵਨ ਵਿੱਚ। ਹਾਲੇਲੂਇਆ। ਫਿਰ ਅਸੀਂ ਉਸੇ ਜਗ੍ਹਾ ਤੇ ਜਾਵਾਂਗੇ, ਪਹਿਲਾ ਕੁਰਿੰਥੀਆਂ ਉਹਦਾ 11 ਦੇ 23 ਪੜਾਂਗੇ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯਿਸੂ ਨੇ ਜਿਸ ਰਾਤ ਨੂੰ ਫੜਵਾਇਆ ਗਿਆ ਸੀ ਰੋਟੀ ਲਈ, ਉਹਦੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਹਾਂ, ਇਹ ਪ੍ਰਭੂ ਦਾ ਹੁਕਮ ਹੈ ਕਿ ਮੇਰੀ ਯਾਦਗਾਰੀ ਲਈ ਕੀ ਤੁਸੀਂ ਕਰਿਆ ਕਰੋ। ਇਸ ਤੋਂ ਪਹਿਲੇ ਕਿ ਅਸੀਂ ਬਚਨਾਂ ਵਾਲੇ ਅੱਗੇ ਚਲੀਏ, ਹੁਣ ਮੈਂ ਜਿਹੜੇ ਲੋਕ ਕੀ ਆ ਇਕਰਾਰ ਕਰਨਾ ਚਾਹੁੰਦੇ ਆ ਅੱਗੇ ਆ ਜਾਣਗੇ। ਭਾਈ ਪੈਣਾ ਵਿੱਚ ਵੀ ਜੋ ਵੀ ਇਕਰਾਰ ਕਰਨਾ ਚਾਹੁੰਦਾ, ਹਾਂਜੀ ਸਭ ਜਣਾ ਅਸੀਂ ਨਾ ਭਾਈ ਜੀ ਸਵਾਲ ਕਰਨ, ਸਭ ਜਣ ਦੁਆ ਦੀਆਂ ਆਪਣੇ ਜਨਾਬ ਦਾ ਇਕਰਾਰ ਕਰਦਾ ਉੱਥੇ ਕਿਰਪਾ ਹੁੰਦੀ ਹੈ। ਯਿਸੂ ਮਸੀਹ ਦਾ ਅਸੀਂ ਆਪਣੇ ਬੇਟੇ ਤੇ ਵੱਡੀ ਕਿਰਪਾ ਕਰੋ। ਫਿਰ ਇੱਕਦਮ ਜੋ ਕਿ ਫਿਰ ਇੱਕਦਮ ਸਾਡੇ ਪਵਿੱਤਰ ਦਾਸ ਨੂੰ ਤੇ ਬਦਲ ਨੂੰ ਲੈਣਾ, ਫਿਰ ਇੱਕਦਮ ਅਯੋਗਤਾ ਦੇ ਨਾਲ ਯੋਗ ਹੋ ਕੇ ਫਿਰ ਇੱਕਦਮ ਸਾਡੇ ਇਸ ਸਰਕਾਰੀ ਵਿਕਾਸ ਸਦਨ ਸਾਡੇ ਨਾਮ ਵਿੱਚ ਤੁਹਾਡੀ ਮਹਿਮਾ ਵਿੱਚ ਅੱਗੇ ਤੁਹਾਡੇ ਨਾਮ ਤੇ ਵਾਹਿਗੁਰੂ ਜੀ ਦੇ ਪਵਿੱਤਰ ਆਮੀਨ। ਅਸੀਂ ਬਚਨਾਂ ਵਿੱਚ ਪੜਾਂਗੇ ਪਹਿਲਾ ਕੁਰਿੰਥੀਆਂ 11 ਦਾ 23 ਵਿੱਚ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯਿਸੂ ਨੇ ਜਿਸ ਰਾਤ ਨੂੰ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਹਾਲੇਲੂਇਆ। ਇਹ ਗੱਲ ਪ੍ਰਭੂ ਤੋਂ ਪਾਈ ਗਈ ਆ, ਜੋ ਪ੍ਰਭੂ ਯਿਸੂ ਮਸੀਹ ਨੇ ਜਿਸ ਰਾਤ ਫੜਾਈ ਜਾਣਾ ਸੀ ਉਸ ਤੋਂ ਪਹਿਲੇ ਕੀ ਆਪਣੇ ਬੇਇੱਜ਼ਤਾਂ ਨੂੰ ਇਕੱਠੇ ਕਰਕੇ ਤੁਹਾਨੂੰ ਕਿਹਾ ਕਿ ਇਹ ਕੀ ਆਖਾਰੇ ਤੁਸੀਂ ਕਰਦੇ, ਮੇਰੀ ਯਾਦਗਾਰੀ ਵਿੱਚ ਕੀ ਆ ਤੁਸੀਂ ਇਸ ਰੋਟੀ ਨੂੰ ਖਾਣਾ, ਇਸ ਲਹੂ ਨੂੰ ਪੀਣਾ, ਕਿਉਂ ਜੋ ਕੀ ਆ ਤੁਸੀਂ ਮੇਰੀ ਮੌਤ ਦਾ ਕੀ ਆ ਪ੍ਰਚਾਰ ਕਰਦੇ। ਇਸ ਲਈ ਕੀ ਆ ਹੁਣ ਸਭ ਜਣੇ ਅਸੀਂ ਖੜੇ ਹੋ ਜਾਵਾਂਗੇ ਜਿਨ੍ਹਾਂ ਨੇ ਪ੍ਰਭੂ ਦੇ ਇਸ ਬਚਨ ਨੂੰ ਦਾਸ ਨੂੰ ਲੈਣਾ। ਪੈਣਾ ਇੱਕ ਲੈਣ ਬਣਾ ਲਵਾਂਗੇ।